अस्सलाम वालेकुम दोस्तों, मैं था भाई मोहम्मद आसिफ खिची। तुसी देख रहे हो किसान पाकिस्तान यूट्यूब और फेसबुक पेज। मियाँ असद साहब इन्होंने जनाब आधे ठेकेदारां नूं ठेका माफ़ कर दिता है ते आलू दे मारे हुए पिसे हुए किसान ठेकेदार वो कोई उम्मीद भालदे पए सी भी कोई उम्मीद नज़र आ जावे, रेट दी नज़र विच आ जावे या साडे जेड़े मालक ने ज़मीन दे वो सानू कोई ठेका थोड़ा बहुता माफ़ कर देवन। ते इन्हां ने बड़ा जेड़ा ना दिल कड्ढा है ते इन्हां दा इलाके विच लोग आके इन्हां नूं मुबारखां दे रहे ने भी बड़ा तुसी जेड़ा ना हिम्मत दा मुज़ाहरा कीता है, तुसी आदा बड़ा दिल करके ते किसान दे नाल उन्हां दे साथी बण ते खड़े होए ने, उन्हां नूं भी खड़ा कीता ने। ते मैं भी कहा भी भाई रां दे कोल चलने आए ते मियां रां दे कोल पुछने दसना है कि वाकई ही एवें गल है भी ठेका तुसी किसानां नूं माफ़ कर दिता है। अपने नाल मियां सईद भाई भी हैगे ने, इन्हां नाल भी गलबात कर रहे हैं। अस्सलाम वालेकुम जी। वालेकुम सलाम जी। जी भाई जी, ਅਸੀਂ ਜੀ ਅੱਜ ਮੀਆਂ ਸਦ ਅਬਾਸ ਕੋਲ ਆਏ ਹਾਂ ਤੇ ਟਾਈਮ ਤਾਂ ਥੋੜਾ ਮੁਸ਼ਕਲ ਬਣਾ ਹੀ ਹੈ ਲੇਕਿਨ ਲੱਭ ਗਿਆ ਸਾਨੂੰ ਜੀ। ਤੇ ਮੀਆਂ ਸਾਹਿਬ ਨੇ ਜਨਾਬ ਜਿਹੜੀ ਇਹਨੇ ਕਾਲਾ ਮਿਸਾਲ ਕਾਇਮ ਕੀਤੀ ਹੈ ਇਸ ਵਕਤ ਵਿੱਚ ਜਿਹੜਾ ਕਾਰੋਕਾਰੀ ਦਾ ਦੌਰ ਹੈ, ਨਫਸਾ ਨਫਸੀ ਦਾ ਆਲਮ ਹੈ। ਜੇ ਰੇਟ ਤੈਅ ਹੋ ਜਾਵੇ ਨਾ ਜਿਸ ਲਈ ਤੇ ਬੰਦਾ 1 ਰੁਪਈਆ ਛੱਡਣ ਨੂੰ ਤਿਆਰ ਕੋ ਨਹੀਂ। ਹਾਂਜੀ। ਤੇ ਮੀਆਂ ਨੇ ਆਦੇ ਠੇਕੇਦਾਰਾਂ ਨੂੰ ਠੇਕਾ ਮਾਫ ਕੀਤਾ ਤੇ ਅਸੀਂ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਕੀ ਫਰਮਾਉਂਦੇ ਜੀ। ਤੁਸੀਂ ਬਹੁਤ ਅੱਛਾ ਇਕਦਾਮ ਕੀਤਾ ਹੈ। मैं जी ठेकेदार 50,000 रुपया किले का छड़ दिता है माशाल्लाह। तो मैं इलाके का बिल्कुल छोटा जमींदार हाँ। तो मैं आखा भी चलो गरीब आदमी ने जेड़े उन्हों की मकई मुकई लग जासी। मियाँ असद अब्बास जेड़ा 100 किले तो ऊपर जिमीदार है, छोटा जिमीदार को नहीं ते जेड़ा ना 50,000 रुपया किले मगर माफ करना को 50-60 लाख रुपया बड़ी वड्डी अमाउंट का ना है। बड़ी वड्डी अमाउंट है जी। ਤੇ ਇਹ ਜਿਹੜੀ ਅਮਾਉਂਟ ਹੈ ਐਵੇਂ ਸਮਝੋ ਵੀ ਜਿਵੇਂ ਤੁਸੀਂ ਇਸ ਦੌਰ ਆਦੀ ਜੇਬ ਵਿੱਚ ਦਿੱਤੀ ਹੈ, ਤੁਸੀਂ ਨਾ ਛੱਡਦੇ ਤਾਂ ਤੁਹਾਡਾ ਕਿਸੇ ਕੀ ਕਰ ਲੈਣਾ ਸੀ। ਹਾਂਜੀ। ਤੇ ਮਜ਼ੀਦ ਜਿਹੜਾ ਹੈ ਤੁਸੀਂ ਕੋ ਠੇਕੇਦਾਰਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ ਵੀ ਅਗਾ ਜਿਸ ਤਰ੍ਹਾਂ ਮੁਸ਼ਕਲ ਹਾਲਾਤ ਆ ਰਹੇ ਨੇ ਉਹ ਇਹਨਾਂ ਨੂੰ ਵੀ ਕੋਈ ਥੋੜੀ ਜਿਹੀ ਐਡਵਾਈਸ ਕਰੋ ਵੀ ਇਹ ਵੀ ਅੰਧਾਧੁੰਦ ਫਾਇਰਿੰਗ ਨਾ ਕੀਤੀ ਕਰਨਾ। ਜਿਹੜੇ ਸਾਡੇ ਇਲਾਕੇ ਦੇ ਨੇ ਨਾ ਇਹ ਐਨ 5 ਕਿੱਲੇ 7 ਕਿੱਲੇ 10 ਕਿੱਲਿਆਂ ਵਾਲੇ ਇਹ ਜਿਹੜੀ ਅੰਧਾਧੁੰਦ ਫਾਇਰਿੰਗ ਹੈ ਇਹ ਵੱਡੇ ਠੇਕੇਦਾਰ ਪੇ ਕਰਦੇ ਨੇ। ਇਹਨਾਂ ਵਿਚਾਰਿਆਂ ਨੂੰ ਤਾਂ ਪਤਾ ਕੋ ਨਹੀਂ ਹੈਗਾ ਵੀ ਤੁਰਬਤ ਪਕਾ ਕਿੱਥੇ ਜਾਣਾ, ਇਹਨਾਂ ਕੀ ਕਰਨੀ। ਮੀਆਂ ਸਦ ਅਬਾਸ ਇੱਕ ਗੱਲਾਂ ਦੋ ਤਿੰਨ ਬੜੀਆਂ ਪਿਆਰੀਆਂ ਕੀਤੀਆਂ ਨੇ। ਉਹਨੇ ਕਿਹਾ ਵੀ ਪਿਛਲੀ ਅਗਰ ਸੀਜ਼ਨ ਆਲੂਆਂ ਦਾ ਲੱਗਾ ਹੈ ਲੋਕਾਂ ਨੂੰ ਤਾਂ ਉਹਨਾਂ 28,000 ਵਾਲੇ ਜਿਹੜੇ 18-20,000 ਵਾਲਾ ਕਰੇਟ ਆ ਉਹ 44,000 ਦਾ ਫਲਿਆ ਹੈ। ਜਿਹੜੀ 7,000 ਵਾਲੀ ਖਾਦ ਇਹਨਾਂ 15,000 ਦੀ ਲੈ ਤੇ ਪਾਈ ਹੈ। ਇਸੇ ਤਰ੍ਹਾਂ ਇਹਨਾਂ ਜਿਹੜੀ ਯੂਰੀਆ ਇਸੇ ਤਰ੍ਹਾਂ ਇਹਨਾਂ ਉਹਦੇ ਤੇ ਵੀ ਬੇਦਰੇਗ ਇਸਤੇਮਾਲ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਸਪਰੇ ਪਿਛਲੀ ਵਾਰ 1500 ਦਾ ਐਤਕੀ 3000 ਦਾ ਲੈ ਤੇ ਪੈਨਾ ਕੀਤਾ ਹੈ। ਐਤਕੀ ਬੀ ਮਕਈ ਦੇ ਤੇ ਮੁੜ ਹੀ ਉਹ ਜ਼ਿਮੀਦਾਰ ਹੱਥ ਰੱਖੀ ਖੜਨ 20,000 ਵਾਲਾ ਬੀ 25,000 ਦਾ ਲੈਂਦੇ ਨੇ। ਵੀ ਇਹਨਾਂ ਨੂੰ ਖੁਦ ਵੀ ਕੁਝ ਸੋਚਣਾ ਚਾਹੀਦਾ ਹੈ, ਇਹਨਾਂ ਨੂੰ ਖੁਦ ਵੀ ਉੱਥੇ ਜਾ ਤੇ ਕੋਈ ਆਦਾ ਫੈਸਲਾ ਕਰਨਾ ਚਾਹੀਦਾ। ਜ਼ਰੂਰੀ ਨਹੀਂ ਹੈ ਵੀ ਆਦੀ ਕਮਾਈ ਜਾ ਤੇ ਉੱਥੇ ਦੁਕਾਨਾਂ ਤੇ ਦੇ ਆਵਣ। ਉਹਨਾਂ ਦੀਆਂ ਗੱਲਾਂ ਬਹੁਤ ਅੱਛੀਆਂ ਨੇ ਵੀ ਆਪਾਂ ਉੱਥੇ ਚਾਹੁੰਦੇ ਹਾਂ ਤਾਂ ਉੱਥੇ ਰੁਪਈਆ ਵਧਾ ਖੜਾ ਹੋਵੇ 5,000 ਇੱਕ 5,000 ਦੀ ਸ਼ਾਇਦ ਆ 10 ਹੋ ਜਾਵੇ ਆਪਾਂ 10 ਦੇ ਤੇ ਆ ਜਾਂਦੇ। ਆਪਾਂ ਕਦੇ ਵੀ ਨਹੀਂ ਆਖਾ ਵੀ ਯਾਰ ਇੰਨੀ ਕਿਉਂ ਵੱਧ ਗਈ ਹੈ, ਕਦੇ ਵੀ ਨਹੀਂ ਉੱਥੇ ਜਾ ਤੇ ਬਹਿਸ ਕੀਤੀ। ਮੀਆਂ ਸਾਹਿਬ ਤੁਸੀਂ ਛੋਟੇ ਜ਼ਿਮੀਦਾਰ ਨਹੀਂ ਨੇ, ਤੁਸੀਂ ਜਿਹੜਾ ਕੰਮ ਕੀਤਾ ਹੈ ਕਿਸੇ ਵੱਡੇ ਜ਼ਿਮੀਦਾਰ ਨਹੀਂ ਕੀਤਾ। ਤੇ ਅੱਜ ਕੱਲ੍ਹ ਜਿਹੜਾ ਇੰਨੇ ਏਕੜ ਦਾ ਜ਼ਿਮੀਦਾਰ ਹੈ ਬਹੁਤ ਵੱਡਾ ਜ਼ਿਮੀਦਾਰ ਹੈ। ਤੇ ਸਾਨੂੰ ਬੜੀ ਖੁਸ਼ੀ ਹੋਈ ਔਰ ਖੁਸ਼ੀ ਸਾਨੂੰ ਨਹੀਂ 8-10 ਡਿਸਟ੍ਰਿਕਟ ਦੇ ਵਿੱਚ ਸਾਨੂੰ ਦੋਸਤਾਂ ਨੇ ਬੜੇ ਫੋਨ ਕੀਤੇ ਨੇ ਔਰ ਉਹਨਾਂ ਕਮੈਂਟ ਕੀਤੇ ਨੇ। ਔਰ ਹਾਂ ਮੈਨੂੰ ਔਰ ਖਿਚੀ ਸਾਹਿਬ ਨੂੰ ਉਹਨਾਂ ਕਿਹਾ ਜੀ ਤੁਸੀਂ ਇਹਦੇ ਤੇ ਇੱਕ ਵੀਡੀਓ ਹੋਰ ਬਣਾਓ, ਅਸੀਂ ਇਸ ਵਜ੍ਹਾ ਕਰਕੇ ਤੁਹਾਡੇ ਕੋਲ ਆਏ ਹਾਂ ਤੇ ਅੱਲਾਹ ਤਾਲਾ ਤੁਹਾਡੀ ਨੇਕੀ ਕਬੂਲ ਕਰੇ ਜੀ। ਤੇ ਤੁਸੀਂ ਆਦੇ ਨਾਲ ਦੇ ਜ਼ਿਮੀਂਦਾਰਾਂ ਨੂੰ ਵੀ ਕੋਈ ਥੋੜਾ ਜਿਹਾ ਮੈਸੇਜ ਦਿਓ ਵੀ ਕੋਈ ਥੋੜਾ ਬਹੁਤ ਰਿਲੀਫ ਦੇ ਦੇਵੋ। ਨਹੀਂ ਜੀ ਛੱਡਣ ਦੇ ਗਏ ਸਾਡੇ ਗਵਾਢੀ ਨੇ ਕੱਲ ਸਾਨੂੰ ਪਤਾ ਲੱਗਾ ਵੀ ਤੁਰਬਤ ਵਾਲੇ ਅੱਛਾ ਵੀਰਾ ਮੀਆਂ ਅਜ਼ਰ ਖਾਵਰੀ ਉਹਨਾਂ ਵੀ 50,000 ਛੱਡ ਦਿੱਤਾ। ਮਾਸ਼ਾਅੱਲਾ ਜੀ, ਜ਼ਬਰਦਸਤ। ਤੇ ਬੜਾ ਅੱਛਾ ਇਕਦਾਮ ਹੈ। ਠੇਕੇਦਾਰੋ ਵੀ ਤੁਸੀਂ ਵੀ ਹੱਥ ਹੌਲਾ ਰੱਖੋ। ਕੋਈ ਸਾਹਿਬ ਸਭ ਤੋਂ ਵੱਡੀ ਇਹ ਗੱਲ ਹੈ ਆਪਣੇ ਇਲਾਕੇ ਵਿੱਚ ਸ਼ੁਰੂਆਤ ਪੇ ਹੁੰਦੀ ਤੇ ਇਹ ਜਿਹੜਾ ਨਾ ਆਪਣੇ ਇਲਾਕੇ ਵਾਸਤੇ ਜਿਹੜਾ ਨਾ ਇੱਕ ਖੂਬਸੂਰਤੀ ਵੀ ਹੈ। ਬਿਲਕੁਲ। ਤੇ ਇਹਨਾਂ ਬੰਦਿਆਂ ਦੀ ਜਿਹੜਾ ਨਾ ਕਿਸਮਤ ਔਰ ਅੱਲਾਹ ਤਾਲਾ ਮੀਆਂ ਸਾਹਿਬ ਰਾਂ ਨੂੰ ਹੋਰ ਨਵਾਜ਼ੇ ਜੀ। ਅੱਗੇ ਵੀ ਮਾਸ਼ਾਅੱਲਾ ਰੱਬ ਨੇ ਬੜੀ ਇੱਜ਼ਤ ਦਿੱਤੀ ਹੋਈ ਹੈ ਜੀ। ਤੇ ਬਾਕੀ ਮੀਆਂ ਸਾਹਿਬ ਇਹ ਦੱਸੋ ਤੁਸੀਂ ਵੀ ਜਿਵੇਂ 20 ਦਾ ਥੈਲਾ ਹੁਣ 25-26,000 ਦਾ ਹੋਇਆ ਖੜਾ ਹੈ ਤੇ ਹਰ ਬੰਦਾ ਜਿਹੜਾ ਹੈ ਨਾ ਮੱਕੀ ਮਗਰ ਲੱਗਾ ਖੜਾ ਹੈ, ਇਸ ਤੋਂ ਬਾਅਦ ਮੁੰਜੀ ਮਗਰ ਲੱਗਾ ਖੜਾ ਹੈ। ਮੁੰਜੀ ਲੋਕਾਂ ਦੀ ਰੋਤ ਐਡੀ ਐਡੀ ਹੋਈ ਖੜੀ ਹੈ। ਇਹਨਾਂ ਦੋ ਫਸਲਾਂ ਤੋਂ ਹਟ ਤੇ ਵੀ ਕੋਈ ਫਸਲ ਲਗਾ ਲੈਣੀ ਚਾਹੀਦੀ ਹੈ। ਜਿੰਨੀ ਦੇਰ ਆਪਾਂ ਫਸਲਾਂ ਵੰਡ ਕੇ ਨਹੀਂ ਲਗਾਵਾਂਗੇ ਨਾ ਫਸਲਾਂ ਵੀ ਐਵੇਂ ਧੱਕੇ ਖਾਣਗੀਆਂ। ਹੁਣ ਕੀ ਹੋਰ ਬੀਜਣਾ ਚਾਹੀਦਾ। ਇਹ ਠੇਕੇਦਾਰ ਨੇ ਇਹ ਤੇ ਇੱਕ ਵਾਰੀ ਹੁਣ ਮਕਈ ਲਾ ਸਣਾ ਜੀ ਭਾਵੇਂ ਜਿਵੇਂ ਵੀ ਇਹਨਾਂ ਨੂੰ ਹੋਣਾ ਪਿਆ। ਸਹੀ ਅਗਲੇ ਸਾਲਾਂ 'ਚ ਕੋਈ ਫਸਲਾਂ ਤਬਦੀਲ ਹੋਣ ਲੱਗ ਪੈਣਾ ਕਿਉਂਕਿ ਸਾਰੇ ਇੱਕੇ ਪਾਸੇ ਰਹੇ ਤੇ ਮੁੜ ਨੁਕਸਾਨ ਹੀ ਕਰਨਾ ਨੇ। ਬਿਲਕੁਲ ਨੁਕਸਾਨ ਬਿਲਕੁਲ ਐਵੇਂ ਹੈ ਜੀ।
ਤੇ ਬਾਕੀ ਆਪਣੇ ਇਲਾਕੇ ਵਿੱਚ ਪਹਿਲੇ ਕਪਾਹ ਬੜੀ ਹੁੰਦੀ ਸੀ ਜੀ, ਕਪਾਸ। ਨਹੀਂ ਹੁਣ ਕੋਈ ਨਹੀਂ ਹੁੰਦੀ ਜੀ, ਉਹ 8 ਮਹੀਨਿਆਂ ਦੀ ਫਸਲ ਹੈ ਤੇ ਉਹ ਉਹਨੇ ਪੈਸੇ ਨਹੀਂ ਵਟਾਉਂਦੀ, ਠੇਕਾ ਨਹੀਂ ਪੂਰਾ ਕਰਦੇ। ਠੇਕਾ ਨਹੀਂ ਪੂਰਾ। ਸਹੀ ਹੋ ਗਿਆ। ਅਸਾਂ ਤਾਂ ਬਾਸ ਮੀਆਂ ਕਮਾਲ ਕਰ ਦਿੱਤੀ ਹੈ, ਅਸੀਂ ਉਹਦੇ ਮੀਆਂ ਮਸ਼ਕੂਰ ਹਾਂ। ਬਿਲਕੁਲ। ਤੇ ਜਿਹੜੇ ਇਹਨਾਂ ਦੁੱਖ ਦੀ ਘੜੀ ਵਿੱਚ ਉਹਨਾਂ ਬਿਲਕੁਲ ਆ ਬੰਦਿਆਂ ਦਾ ਸਾਥ ਦਿੱਤਾ ਹੈ, ਤੇ ਇਹਦੇ ਲੋਕਾਂ ਦੀ ਨੇਕੀ ਜਿਹੜੀ ਹੈ ਨਾ ਉਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਹਾਂਜੀ। ਤੇ ਇਹ ਇਲਾਕੇ ਵਾਸਤੇ ਇੱਕ ਮਿਸਾਲ ਵੀ ਹੈ, ਤੇ ਅਸੀਂ ਸ਼ੁਕਰੀਆ ਅਦਾ ਕਰਨੇ ਸਾਰੇ ਠੇਕੇਦਾਰਾਂ ਦੀ ਤਰਫੋਂ ਉਹਨਾਂ ਨੂੰ ਵੀ ਉਹਨਾਂ ਜਿਹੜਾ ਨਾ ਸਾਨੂੰ ਇਸ ਲਮੇ ਵਿੱਚ ਇਕੱਲਿਆਂ ਨਹੀਂ ਛੱਡਿਆ। ਕਿਸਾਨ ਜ਼ਿੰਦਾ ਹੈ ਤੇ ਜ਼ਰਾਅਤ ਜ਼ਿੰਦਾ ਹੈ। ਜ਼ਰਾਅਤ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।